ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਮੁੱਦਾ ਦੇ ਵਿੱਚ। ਅਸੀਂ ਬਹੁਤ ਦਿਨਾਂ ਤੋਂ ਗੱਲ ਕਰ ਰਹੇ ਹਾਂ ਖੇਤੀਬਾੜੀ ਦੀ, ਕਿਸਾਨ ਅੰਦੋਲਨ ਦੀ, ਕਿਉਂਕਿ ਸਾਰਾ ਮਾਹੌਲ ਹੀ ਇਹ ਬਣਿਆ ਹੋਇਆ। ਪਰ ਇੱਕ ਗੱਲ ਸੋਚ ਕੇ ਦੇਖੋ ਕਿ ਖੇਤੀਬਾੜੀ ਦਾ ਹਾਲ ਇੰਨਾ ਮਾੜਾ ਕਿਉਂ ਹੈ। ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ, ਅਸੀਂ ਜਾਣਦੇ ਹਾਂ ਕਿ ਖੇਤੀਬਾੜੀ ਪ੍ਰਧਾਨ ਸਾਡਾ ਦੇਸ਼ ਹੈ ਸਦੀਆਂ ਤੋਂ। ਤਾਂ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਜਿਹੜੀ ਪਹਿਲੀ 5 ਸਾਲਾਂ ਦੀ ਯੋਜਨਾ ਬਣੀ, ਉਹਦੇ ਵਿੱਚ ਖੇਤੀਬਾੜੀ ਦੇ ਉੱਤੇ ਬਹੁਤ ਧਿਆਨ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਜਿਹੜੀਆਂ ਬਾਕੀ ਯੋਜਨਾਵਾਂ ਬਣੀਆਂ 5 ਸਾਲ ਤੋਂ ਬਾਅਦ, ਉਹਦੇ ਵਿੱਚ ਇੰਡਸਟਰੀ ਨੂੰ ਜ਼ਿਆਦਾ ਧਿਆਨ ਦਿੱਤਾ ਗਿਆ। ਕੀ ਗੱਲ ਸੀ? ਉਦੋਂ ਨਵਾਂ ਇੰਡਸਟਰੀਲਾਈਜੇਸ਼ਨ ਸ਼ੁਰੂ ਹੋਇਆ ਸੀ, ਨਵੀਂ ਇੱਕ ਕ੍ਰਾਂਤੀ ਸ਼ੁਰੂ ਹੋਈ ਸੀ ਕਿ ਪੂਰੀ ਦੁਨੀਆ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਅੱਗੇ ਵਧ ਰਹੇ ਸੀ। ਕਿਉਂਕਿ ਇਕੋਨੋਮਿਸਟ ਇਹ ਕਹਿ ਰਹੇ ਸੀ ਕਿ ਜਦੋਂ ਤੱਕ ਤੁਸੀਂ ਇੰਡਸਟਰੀ ਦੇ ਉੱਤੇ ਧਿਆਨ ਨਹੀਂ ਦਿਓਗੇ, ਤੁਹਾਡਾ ਦੇਸ਼ ਤਰੱਕੀ ਨਹੀਂ ਕਰ ਸਕਦਾ। ਕਿਉਂਕਿ ਖੇਤੀਬਾੜੀ ਦੇ ਉੱਤੇ ਆਧਾਰਿਤ ਹੋ ਕੇ ਅਸੀਂ ਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ। ਕਿਉਂਕਿ ਖੇਤੀਬਾੜੀ ਜੋ ਹੈ ਨਾ, ਬੜਾ ਪੁਰਾਣਾ ਕਿੱਤਾ ਹੈ, ਬੜਾ ਹੌਲੀ ਤੁਰਦਾ ਹੈ। ਅਤੇ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਬਹੁਤ ਦੇਰ ਤੱਕ ਕਿਸਾਨ ਵਿਹਲੇ ਵੀ ਰਹਿੰਦੇ ਨੇ, ਕਿਉਂਕਿ ਜਦੋਂ ਬਿਜਾਈ ਹੋ ਗਈ ਉਸ ਤੋਂ ਬਾਅਦ ਜਦੋਂ ਫਸਲ ਉੱਗੇਗੀ ਫਿਰ ਹੀ ਕਟਾਈ ਹੋਏਗੀ, ਤਾਂ ਜਾ ਕੇ ਖੇਤਾਂ ਨੂੰ ਗੇੜਾ ਮਾਰ ਆਉਂਦੇ ਨੇ। ਅਤੇ ਲੱਗਦਾ ਇਹ ਸੀ ਸਭ ਨੂੰ ਜੋ ਇੰਡਸਟਰੀਲਾਈਜੇਸ਼ਨ ਦੇ ਹੱਕ ਵਿੱਚ ਨੇ, ਹੋਣੇ ਵੀ ਚਾਹੀਦੇ ਨੇ, ਕਿਉਂਕਿ ਉਹਦੀ ਆਪਾਂ ਗੱਲ ਅੱਗੇ ਕਰਾਂਗੇ। ਪ੍ਰੋਸੈਸ ਹੈ ਖੇਤੀਬਾੜੀ, ਅਤੇ ਇੰਡਸਟਰੀ ਬੜੀ ਫਟਾਫਟ ਕੰਮ ਕਰਦੀ ਹੈ, ਮਸ਼ੀਨਰੀ, ਤਾਂ ਉਹਦੇ ਨਾਲ ਤਰੱਕੀ ਵੀ ਉਵੇਂ ਹੀ ਫਟਾਫਟ ਹੋਏਗੀ। ਪਰ ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਜਿਹੜੀ ਖੇਤੀਬਾੜੀ ਹੈ ਉਹ ਤਾਂ ਨੈਚੁਰਲ ਪ੍ਰੋਸੈਸ ਹੈ। ਫਸਲਾਂ ਬੀਜਾਂਗੇ, ਟਾਈਮ ਦੇ ਨਾਲ ਹੀ ਉੱਗਣਗੀਆਂ ਨਾ, ਉਹਨਾਂ ਨੂੰ ਖਿੱਚ ਕੇ ਤਾਂ ਲੰਬਾ ਨਹੀਂ ਨਾ ਕਰ ਸਕਦੇ। ਬੀਜ ਫੁੱਟਣਗੇ ਤਾਂ ਟਾਈਮ ਦੇ ਨਾਲ, ਸੀਜ਼ਨ ਦੇ ਮੁਤਾਬਿਕ ਫਸਲਾਂ ਉੱਗਣਗੀਆਂ। ਹਰ ਸੀਜ਼ਨ ਦੀ ਅਲੱਗ ਫਸਲ ਹੁੰਦੀ ਹੈ। ਪਰ ਇੰਡਸਟਰੀ ਜਿਹੜੀ ਹੈ ਉਹ ਮਸ਼ੀਨਰੀ ਦਾ ਕੰਮ ਹੈ, ਇਸ ਕਰਕੇ ਉਹ ਫਟਾਫਟ ਚੱਲੇਗਾ। ਤਾਂ ਤੁਹਾਨੂੰ ਪ੍ਰੋਡਕਸ਼ਨ ਲੱਗਦੀ ਸੀ ਕਿ ਫਟਾਫਟ ਹੋ ਰਹੀ ਹੈ, ਇਸ ਕਰਕੇ ਓਨੀ ਹੀ ਤੇਜ਼ੀ ਨਾਲ ਤਰੱਕੀ ਕਰੇਗੀ ਇਕੋਨਮੀ। ਪਰ ਅਸੀਂ ਇਹ ਗੱਲ ਭੁੱਲ ਗਏ ਕਿ ਜਿਹੜਾ ਆਧਾਰ ਹੈ ਉਹ ਖੇਤੀਬਾੜੀ ਹੈ। ਇੰਡਸਟਰੀ ਨੂੰ ਵੀ ਜਿਹੜਾ ਰॉ ਮਟੀਰੀਅਲ ਮਿਲਦਾ ਹੈ ਉਹ ਖੇਤੀਬਾੜੀ ਤੋਂ ਮਿਲਦਾ ਹੈ। ਇਸ ਗੱਲ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਤਾਂ ਕਿਤੇ ਨਾ ਕਿਤੇ ਮਿਸਕੈਲਕੂਲੇਸ਼ਨਸ ਹੋਈਆਂ ਨੇ, ਜਿਸ ਕਰਕੇ ਖੇਤੀ ਨੂੰ ਅਸੀਂ ਪਿੱਛੇ ਕਰ ਦਿੱਤਾ, ਇੰਡਸਟਰੀ ਨੂੰ ਅੱਗੇ ਲੈ ਕੇ ਆਏ, ਜਦ ਕਿ ਦੋਵਾਂ ਨੂੰ ਬਰਾਬਰ ਲੈ ਕੇ ਚੱਲਣਾ ਚਾਹੀਦਾ ਸੀ। ਜੇ ਸ਼ੁਰੂ ਤੋਂ ਹੀ ਇਹ ਚੀਜ਼ ਮੇਨਟੇਨ ਕਰਦੇ, ਜਿਵੇਂ ਪਹਿਲੀ 5 ਸਾਲਾਂ ਦੀ ਯੋਜਨਾ ਵਿੱਚ ਕੀਤਾ ਸੀ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਤੇ ਉਸੇ ਚੀਜ਼ ਨੂੰ ਲੈ ਕੇ ਚੱਲਦੇ ਤਾਂ ਇਹ ਮੁਸ਼ਕਿਲ ਨਹੀਂ ਆਉਣੀ ਸੀ। ਹੋਇਆ ਕਿ ਜ਼ਿਆਦਾ ਧਿਆਨ ਗਿਆ ਇੰਡਸਟਰੀ ਵੱਲ ਤੇ ਖੇਤੀਬਾੜੀ ਵੱਲ ਗਿਆ ਘੱਟ ਧਿਆਨ। ਇਸ ਕਰਕੇ ਇਹ ਨਾ ਬਰਾਬਰੀ ਪੈਦਾ ਹੋ ਗਈ। ਤਾਂ ਨਾ ਬਰਾਬਰੀ ਐਡੀ ਵੱਡੀ ਹੋ ਗਈ, ਐਡਾ ਵੱਡਾ ਗੈਪ ਹੋ ਗਿਆ ਕਿ ਅੱਜ ਦੇਖੋ ਕਿਸਾਨੀ ਦਾ ਕੀ ਹਾਲ ਹੈ, ਕਿਸਾਨ ਦਾ ਕੀ ਹਾਲ ਹੈ। ਤੇ ਇਹ ਨਾ ਬਰਾਬਰੀ ਜਿਹੜੀ ਹੈ ਇਹ ਪੂਰੇ ਸਮਾਜ ਦੇ ਵਿੱਚ ਐਗਜ਼ਿਸਟ ਕਰਦੀ ਹੈ, ਹਰ ਖੇਤਰ ਦੇ ਵਿੱਚ ਐਗਜ਼ਿਸਟ ਕਰਦੀ ਹੈ। ਕਈ ਵਾਰ ਇਹਨੂੰ ਅਮੀਰ ਤੇ ਗਰੀਬ ਦੀ ਗੱਲ ਕਰ ਦਿੱਤੀ ਜਾਂਦੀ ਹੈ, ਉਹ ਵੀ ਨਾ ਬਰਾਬਰੀ ਹੈ। ਪਰ ਨਾ ਬਰਾਬਰੀ ਤਾਂ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ। ਤਾਂ ਗੱਲ ਕਰ ਰਹੇ ਹਾਂ ਅਸੀਂ ਖੇਤੀ ਦੀ ਤੇ ਇੰਡਸਟਰੀ ਦੀ। ਤੇ ਇਹ ਨਾ ਬਰਾਬਰੀ ਕਾਰਨ ਖੇਤੀ ਬਹੁਤ ਪਿੱਛੇ ਹੋ ਗਈ ਤੇ ਇੰਡਸਟਰੀ ਅੱਗੇ ਲੰਘ ਗਈ। ਪਰ ਉਹਦਾ ਨਤੀਜਾ ਇਹ ਹੋਇਆ ਕਿ ਪੋਲਿਊਸ਼ਨ ਜ਼ਿਆਦਾ ਹੋ ਗਿਆ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਖੇਤੀ ਦੇ ਵਿੱਚ ਵੀ ਜ਼ਿਆਦਾ ਮਸ਼ੀਨਰੀ ਇਸਤੇਮਾਲ ਹੋਣ ਲੱਗੀ ਕਿ ਖੇਤੀ ਨੂੰ ਵੀ ਅੱਗੇ ਵਧਾਇਆ ਜਾਏ, ਤਾਂ ਉਹਦੇ ਕਰਕੇ ਵੀ ਪੋਲਿਊਸ਼ਨ ਹੋ ਗਿਆ। ਜੇ ਅਸੀਂ ਸ਼ੁਰੂ ਤੋਂ ਹੀ ਸੰਤੁਲਨ ਬਣਾ ਕੇ ਰੱਖਦੇ ਤਾਂ ਅੱਜ ਇਹ ਸਥਿਤੀ ਪੈਦਾ ਨਹੀਂ ਹੋਣੀ ਸੀ। ਕਿਸਾਨ ਅੱਜ ਮੰਦੀ ਦੀ ਹਾਲਤ ਵਿੱਚ ਨਾ ਹੁੰਦੇ, ਅੱਜ ਖੇਤੀਬਾੜੀ ਮੰਦੀ ਦੀ ਹਾਲਤ ਵਿੱਚ ਨਾ ਹੁੰਦੀ। ਇੱਕ ਬੈਲੈਂਸ ਹੁੰਦਾ ਇੰਡਸਟਰੀ ਤੇ ਖੇਤੀਬਾੜੀ ਦੇ ਵਿੱਚ, ਤਾਂ ਤਰੱਕੀ ਬਹੁਤ ਅਲੱਗ ਤਰ੍ਹਾਂ ਦੀ ਹੋਣੀ ਸੀ। ਹੋ ਸਕਦਾ ਹੈ ਕਿ GDP ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ, ਪਰ ਮਾਹਿਰ ਕਹਿੰਦੇ ਨੇ ਡੈਫੀਨੇਟਲੀ ਫਾਇਦਾ ਹੁੰਦਾ। ਅੱਜ ਅਸੀਂ ਦੇਖਦੇ ਹਾਂ ਕਿ ਖੇਤੀਬਾੜੀ ਦੇ ਖੇਤਰ ਦੇ ਵਿੱਚ ਖੁਦਕੁਸ਼ੀਆਂ ਦਾ ਸਿਲਸਿਲਾ ਬਹੁਤ ਜ਼ਿਆਦਾ ਹੈ। ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਔਰਤਾਂ, ਛੋਟੇ ਕਿਸਾਨ ਜਿਨ੍ਹਾਂ ਦੇ ਉੱਤੇ ਕਰਜ਼ੇ ਨੇ, ਉਹਨਾਂ ਕੋਲ ਕੋਈ ਸਾਧਨ ਨਹੀਂ ਕਿ ਕਰਜ਼ੇ ਵਾਪਸ ਕਿਵੇਂ ਕੀਤੇ ਜਾਣ, ਇਸ ਕਰਕੇ ਵੀ ਖੁਦਕੁਸ਼ੀਆਂ ਕਰਦੇ ਨੇ। ਹਾਲਾਂਕਿ ਜੋ ਇੰਡਸਟਰੀ ਹੈ ਉਹਨੂੰ ਵੀ ਕਰਜ਼ੇ ਦਿੱਤੇ ਜਾਂਦੇ ਨੇ, ਪਰ ਉਹਨਾਂ ਨੂੰ ਜ਼ਰਾ ਅਲੱਗ ਤਰ੍ਹਾਂ ਨਾਲ ਦਿੱਤੇ ਜਾਂਦੇ ਨੇ, ਰਾਹਤ ਵੀ ਮਿਲਦੀ ਹੈ। ਕਈ ਵਾਰ ਵੱਡੇ ਬਿਜ਼ਨਸ ਹਾਊਸਿਸ ਦੇ ਕਰਜ਼ੇ ਮਾਫ ਵੀ ਕਰ ਦਿੱਤੇ ਜਾਂਦੇ ਨੇ, ਪਰ ਕਿਸਾਨਾਂ ਨਾਲ ਇੱਦਾਂ ਨਹੀਂ ਹੁੰਦਾ। ਕਿਸਾਨਾਂ ਨੂੰ ਕਰਜ਼ਾ ਮੁਆਫ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਵਾਪਸ ਕਰਨਾ ਹੀ ਪੈਂਦਾ ਹੈ। ਪਰ ਕਈ ਵਾਰ ਹਾਲਾਤ ਐਸੇ ਹੋ ਜਾਂਦੇ ਨੇ, ਕਈ ਵਾਰ ਕੁਦਰਤੀ ਆਫਤ ਆ ਗਈ, ਹੋਰ ਵੀ ਬਹੁਤ ਸਾਰੇ ਕਾਰਨ ਨੇ ਜਿਸ ਕਰਕੇ ਫਸਲ ਦਾ ਝਾੜ ਇੰਨਾ ਨਾ ਹੋਇਆ, ਕੋਈ ਕੀੜਾ ਲੱਗ ਗਿਆ, ਬਹੁਤ ਸਾਰੇ ਕਾਰਨ ਨੇ। ਕਿਉਂਕਿ ਹਰ ਚੀਜ਼ ਕੁਦਰਤੀ ਹੈ ਕਿਸਾਨ ਦੀ। ਤਾਂ ਕੁਦਰਤ ਕਿਸ ਤਰ੍ਹਾਂ ਉਹਦੀ ਸੇਵਾ ਦਾ ਮੇਵਾ ਦਿੰਦੀ ਹੈ, ਇਹ ਕੁਦਰਤ ਦੀ ਮਰਜ਼ੀ ਦੇ ਉੱਤੇ ਨਿਰਭਰ ਕਰਦਾ। ਤੇ ਇਸ ਕਰਕੇ ਕਿਸਾਨੀ ਕਿਤੇ ਨਾ ਕਿਤੇ ਰਿਸਕੀ ਵੀ ਹੋ ਜਾਂਦੀ ਹੈ। ਆਫ ਕੋਰਸ ਇੰਡਸਟਰੀ ਦੇ ਵਿੱਚ ਵੀ ਰਿਸਕ ਹੈ, ਪਰ ਉਹਨਾਂ ਨਹੀਂ ਜਿੰਨਾ ਕਿਸਾਨੀ ਦੇ ਵਿੱਚ ਹੈ। ਪਰ ਕਿਸਾਨ ਨੂੰ ਉਨੀ ਪ੍ਰੋਟੈਕਸ਼ਨ ਨਹੀਂ ਮਿਲਦੀ, ਫਸਲਾਂ ਦੀ ਇੰਸ਼ੋਰੈਂਸ ਨਹੀਂ ਹੈ। ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜੋ ਹੋਣੀਆਂ ਚਾਹੀਦੀਆਂ ਨੇ। ਲਗਾਤਾਰ
ਜੋ ਕਿਸਾਨ ਮਜ਼ਦੂਰ ਨੇ, ਖੇਤ ਮਜ਼ਦੂਰ ਨੇ, ਉਹਨਾਂ ਨੂੰ ਲਗਾਤਾਰ ਕੰਮ ਨਹੀਂ ਮਿਲਦਾ। ਬਹੁਤ ਸਾਰੇ ਐਸੇ ਕੇਸਿਸ ਨੇ ਜਿਨ੍ਹਾਂ ਕਰਕੇ ਉਹਨਾਂ ਦਾ ਗੁਜ਼ਾਰਾ ਹੋਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਤਾਂ ਇਹ ਵੀ ਇੱਕ ਕਾਰਨ ਬਣਦਾ ਹੈ ਖੁਦਕੁਸ਼ੀ ਦਾ। ਸਟੈਂਡਰਡ ਆਫ ਲਿਵਿੰਗ, ਜਿਸ ਹਾਲਤ ਵਿੱਚ ਉਹਨਾਂ ਦੀ ਪੂਰੀ ਜ਼ਿੰਦਗੀ ਬੀਤਦੀ ਹੈ ਗੁਰਬਤ ਦੇ ਵਿੱਚ, ਉਹ ਵੀ ਇੱਕ ਕਾਰਨ ਹੋ ਸਕਦਾ ਹੈ। ਸੋ ਬਹੁਤ ਸਾਰੇ ਕਾਰਨ ਨੇ ਇਹ ਨਾ ਬਰਾਬਰੀ ਜਿਹੜੀ ਹੈ ਖੇਤੀਬਾੜੀ ਦੇ ਵਿੱਚ ਤੇ ਇੰਡਸਟਰੀ ਦੇ ਵਿੱਚ, ਇਸ ਕਰਕੇ ਇਹ ਹਾਲਾਤ ਪੈਦਾ ਹੋਏ ਨੇ। ਔਰ ਤੁਸੀਂ ਦੇਖੋ ਜੋ ਇਹ ਕਿਸਾਨ ਅੰਦੋਲਨ ਹੈ, ਇਹ ਵੀ ਇੱਕ ਤਰ੍ਹਾਂ ਨਾਲ ਇੰਡਸਟਰੀ ਦਾ ਤੇ ਖੇਤੀਬਾੜੀ ਦਾ ਟਕਰਾਓ ਹੈ, ਜੋ ਕਿ ਜਿਹੜੇ ਕਾਰਪੋਰੇਟ ਹਾਊਸਿਸ ਇੰਡਸਟਰੀ ਦੇ ਹੈਗੇ ਨੇ ਵੱਡੇ ਵੱਡੇ, ਉਹ ਆਉਣਾ ਚਾਹੁੰਦੇ ਨੇ ਕਿਸਾਨੀ ਵੱਲ, ਪਰ ਉਹਨਾਂ ਨੂੰ ਕਿਸਾਨੀ ਦਾ ਕੋਈ ਤਜਰਬਾ ਨਹੀਂ, ਪਰ ਉਹਨਾਂ ਨੂੰ ਕਿਸਾਨੀ ਚਾਹੀਦੀ ਹੈ। ਕਾਰਨ ਕਿਉਂਕਿ ਕਿਸਾਨੀ ਇੱਕ ਐਸਾ ਕਿੱਤਾ ਹੈ ਜਿਹੜਾ ਕਦੀ ਵੀ ਡਾਊਨ ਨਹੀਂ ਹੋ ਸਕਦਾ। ਉਹ ਹਮੇਸ਼ਾ ਜੀਡੀਪੀ ਦੇ ਵਿੱਚ, ਇਕਨੋਮੀ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਦਿੰਦਾ ਰਹੇਗਾ। ਕਾਰਨ ਕਿਉਂਕਿ ਫੂਡ ਹੈ, ਖਾਣਾ ਹੈ, ਹਰੇਕ ਬੰਦੇ ਨੂੰ ਇਹਦੀ ਜ਼ਰੂਰਤ ਹੈ, ਤਾਂ ਹਰੇਕ ਬੰਦੇ ਨੇ ਇਹਨੂੰ ਖਰੀਦਣਾ ਹੀ ਖਰੀਦਣਾ ਹੈ, ਇਹਦੀ ਡਿਮਾਂਡ ਰਹਿਣੀ ਹੀ ਰਹਿਣੀ ਹੈ, ਇਸ ਕਰਕੇ ਤੁਹਾਨੂੰ ਸਪਲਾਈ ਦੇਣੀ ਹੀ ਪੈਣੀ ਹੈ। ਪਰ ਜਿਹੜੀ ਇੰਡਸਟਰੀ ਹੈ ਉਹਦੇ 'ਚ ਜ਼ਰੂਰੀ ਨਹੀਂ ਕਿ ਜਿਹੜੀ ਪ੍ਰੋਡਕਸ਼ਨ ਹੋ ਰਹੀ ਹੈ ਤੁਸੀਂ ਉਹਨੂੰ ਖਰੀਦੋ, ਕਿਉਂਕਿ ਤੁਸੀਂ ਉਸ ਤੋਂ ਬਿਨਾਂ ਵੀ ਆਪਣੀ ਜ਼ਿੰਦਗੀ ਬਿਤਾ ਸਕਦੇ ਹੋ ਜੇ ਤੁਸੀਂ ਉਹਨੂੰ ਅਫੋਰਡ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ, ਕਾਰ ਹੈ, ਨਹੀਂ ਖਰੀਦਣੀ ਨਾ ਖਰੀਦੋ। ਬਾਈਕ ਹੈ, ਨਹੀਂ ਖਰੀਦਣੀ ਨਾ ਖਰੀਦੋ। ਸਾਈਕਲ ਹੈ, ਨਹੀਂ ਖਰੀਦਣਾ ਨਾ ਖਰੀਦੋ। ਪੈਦਲ ਜਾ ਸਕਦੇ ਹੋ ਨਾ, ਪਰ ਰੋਟੀ ਤੇ ਤੁਹਾਨੂੰ ਖਰੀਦਣੀ ਪੈਣੀ, ਕਣਕ ਤੇ ਤੁਹਾਨੂੰ ਖਰੀਦਣੀ ਪੈਣੀ, ਆਟਾ, ਦਾਲ, ਚੌਲ ਖਰੀਦਣੇ ਪੈਣੇ ਨੇ, ਨਹੀਂ ਤਾਂ ਜਿਉਂਦੇ ਕਿਵੇਂ ਰਹੋਗੇ। ਪਰ ਅੱਜ ਕੱਲ੍ਹ ਤਾਂ ਇੰਡਸਟਰੀਲਿਸਟ ਨੇ, ਵੱਡੇ ਵੱਡੇ ਕਾਰਪੋਰੇਟ ਹਾਊਸਿਸ ਨੇ ਪਾਣੀ ਵੀ ਬੋਤਲਾਂ 'ਚ ਬੰਦ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ। ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਛਬੀਲ ਦੀ ਰਸਮ ਚੱਲਦੀ ਹੈ, ਛਬੀਲ ਦੀ ਪ੍ਰਥਾ ਚੱਲਦੀ ਹੈ, ਉੱਥੇ ਪਾਣੀ ਵਿਕਦਾ ਪਿਆ। ਕਈ ਵਾਰ ਬਜ਼ੁਰਗਾਂ ਨੂੰ ਬੜਾ ਦੁੱਖ ਹੁੰਦਾ, ਕਹਿੰਦੇ ਨੇ ਕਿ ਅਸੀਂ ਤਾਂ ਦੁੱਧ ਵੀ ਨਹੀਂ ਵੇਚਦੇ ਹੁੰਦੇ ਸੀ, ਅਸੀਂ ਕਹਿੰਦੇ ਸੀ ਦੁੱਧ ਵੇਚਿਆ ਪੁੱਤ ਵੇਚਿਆ ਬਰਾਬਰ। ਪਰ ਅੱਜ ਦਾ ਦੁੱਧ ਵੀ ਵਿਕਦਾ ਤੇ ਨਾਲ ਪਾਣੀ ਵੀ ਵਿਕਦਾ। ਸੋ ਸਾਡੇ ਬਜ਼ੁਰਗ ਬੜੇ ਹੈਰਾਨ ਹੁੰਦੇ ਨੇ ਆਪਣੇ ਪੁਰਾਣੇ ਵਕਤਾਂ ਨੂੰ ਯਾਦ ਕਰਕੇ। ਸੋ ਗੱਲ ਇਹ ਹੈ ਕਿ ਜਦੋਂ ਇੱਕ ਬਿਜ਼ਨਸਮੈਨ ਖੇਤੀਬਾੜੀ ਵੱਲ ਆਉਣਾ ਚਾਹੁੰਦਾ ਹੈ ਬਿਨਾਂ ਕਿਸੇ ਤਜਰਬੇ ਤੋਂ, ਤੇ ਖੇਤੀਬਾੜੀ ਨੂੰ ਬਿਜ਼ਨਸ ਬਣਾਉਣਾ ਚਾਹੁੰਦਾ ਹੈ, ਉਦੋਂ ਗੜਬੜ ਪੈਦਾ ਹੁੰਦੀ ਹੈ ਖੇਤੀਬਾੜੀ ਦੇ ਖੇਤਰ ਦੇ ਵਿੱਚ। ਕਿਉਂਕਿ ਖੇਤੀਬਾੜੀ ਕਦੀ ਬਿਜ਼ਨਸ ਹੋ ਨਹੀਂ ਸਕਦੀ, ਇਹ ਤਾਂ ਸੇਵਾ ਦਾ ਕਿੱਤਾ ਹੈ, ਇਹ ਹਮੇਸ਼ਾ ਸੇਵਾ ਹੀ ਰਹੇਗੀ। ਕਿਉਂਕਿ ਖਾਣਾ ਪੀਣਾ ਇਹ ਕਾਹਦਾ ਬਿਜ਼ਨਸ ਹੈ, ਰੋਟੀ ਤਾਂ ਹਰੇਕ ਨੂੰ ਚਾਹੀਦੀ ਹੈ। ਥੋੜਾ ਕਿ ਤੁਸੀਂ ਰੋਟੀ ਦੇ ਉੱਤੇ ਕੰਟਰੋਲ ਕਰ ਲਓਗੇ ਤੇ ਫਿਰ ਆਪਣੀ ਮਰਜ਼ੀ ਦੀ ਕੀਮਤ ਦੇ ਉੱਤੇ ਰੋਟੀ ਦਿਓਗੇ ਤੇ ਲੋਕਾਂ ਨੂੰ ਭੁੱਖੇ ਮਾਰ ਦਿਓਗੇ, ਜਾਂ ਕਿ ਆਪਣਾ ਪੈਸਾ ਸਾਰਾ ਸਾਨੂੰ ਦੇ ਦਿਓ ਤਾਂ ਅਸੀਂ ਤੁਹਾਨੂੰ ਰੋਟੀ ਦੇਵਾਂਗੇ। ਇਹ ਤਾਂ ਕੋਈ ਗੱਲ ਨਾ ਬਣੀ। ਕਹਿੰਦੇ ਰੋਟੀ ਦੀ ਭੁੱਖ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਜਿਹਨੂੰ ਭੁੱਖ ਲੱਗੀ ਹੋਵੇ ਨਾ, ਉਹ ਰਾਜਾ ਵੀ ਹੋਵੇ ਤਾਂ ਰੋਟੀ ਦੇ ਬਦਲੇ ਆਪਣਾ ਰਾਜ ਪਾਠ ਵੀ ਦੇ ਦੂਗਾ, ਕਿਉਂਕਿ ਭੁੱਖ ਬਰਦਾਸ਼ਤ ਨਹੀਂ ਹੁੰਦੀ। ਇਸ ਕਰਕੇ ਜੇ ਕਿਸੇ ਨੂੰ ਕੰਟਰੋਲ ਕਰਨਾ ਨਾ, ਉਹਦੀ ਰੋਟੀ ਨੂੰ ਕੰਟਰੋਲ ਕਰ ਲਵੋ। ਇਹ ਬੜੀ ਜ਼ਬਰਦਸਤ ਸਕੀਮ ਹੈ ਦੂਸਰੇ ਨੂੰ ਕੰਟਰੋਲ ਕਰਨ ਦੀ। ਤੇ ਇਹੀ ਹੋਣ ਜਾ ਰਿਹਾ ਸੀ ਜਿਹਦੇ ਖਿਲਾਫ ਕਿਸਾਨੀ ਅੰਦੋਲਨ ਜਿੱਤਿਆ ਹੈ ਤੇ ਤਿੰਨੋਂ ਖੇਤੀ ਕਾਨੂੰਨ ਵਾਪਸ ਹੋਏ ਨੇ। ਹੁਣ ਜੋ ਖਾਣਾ ਹੈ, ਹੁਣ ਜੋ ਭੋਜਨ ਹੈ, ਕਿਸੇ ਕਾਰਪੋਰੇਟ ਹਾਊਸ ਦੇ ਕੰਟਰੋਲ ਵਿੱਚ ਨਹੀਂ ਹੋਣਾ, ਹੁਣ ਕਿਸਾਨ ਦੇ ਕੰਟਰੋਲ ਵਿੱਚ ਹੈ ਤੇ ਕਿਸਾਨ ਤੇ ਮੁਫਤ ਵੰਡ ਦਿੰਦਾ ਹੈ। ਤੇ ਉਹਨੇ ਕਿਹੜੇ ਫਾਇਦੇ ਲੈਣੇ ਨੇ। ਖੈਰ, ਫਿਰ ਵੀ ਅੱਜ ਦੇ ਮੁਤਾਬਿਕ, ਮੰਡੀਕਰਨ ਦੇ ਮੁਤਾਬਿਕ, ਮਾਰਕੀਟਿੰਗ ਦੇ ਮੁਤਾਬਿਕ, ਜਿਸ ਤਰ੍ਹਾਂ ਅੱਜ ਕੱਲ੍ਹ ਡਿਵੈਲਪਮੈਂਟ ਚਾਹੀਦੀ ਹੈ, ਤਾਂ ਕਿਸਾਨੀ ਨੂੰ ਕੁਝ ਨਾ ਕੁਝ ਉਹ ਮਾਡਲ ਅਪਣਾਉਣਾ ਪਏਗਾ ਜੋ ਇੰਡਸਟਰੀ ਦੇ ਵਿੱਚ ਕਾਮਯਾਬ ਹੈ, ਇੰਡਸਟਰੀ ਦੇ ਵਿੱਚ ਕੰਮ ਆਉਂਦਾ ਹੈ, ਪਰ ਪੂਰਾ ਨਹੀਂ, ਹੂਬਹੂ ਨਹੀਂ। ਆਪਣੀ ਵਿਰਾਸਤੀ ਖੇਤੀ ਨੂੰ ਨਾਲ ਲੈ ਕੇ, ਮਾਡਰਨ ਟੈਕਨੀਕਸ ਨੂੰ ਨਾਲ ਲੈ ਕੇ, ਮਾਡਰਨ ਮੰਡੀਕਰਨ ਨੂੰ ਨਾਲ ਲੈ ਕੇ, ਇਹ ਸਾਰਾ ਕੁਝ ਜੋ ਵਪਾਰ ਦਾ ਸਿਸਟਮ ਹੈ ਪੂਰੀ ਦੁਨੀਆ ਦੇ ਵਿੱਚ, ਉਹਨੂੰ ਨਾਲ ਲੈ ਕੇ ਉਹਦੇ ਵਿੱਚ ਉਹ ਚੁਣਿੰਦਾ ਚੀਜ਼ਾਂ ਲੈਣੀਆਂ ਨੇ ਜਿਹੜੀ ਖੇਤੀਬਾੜੀ ਦੇ ਸਵਰੂਪ ਨੂੰ ਬਿਲਕੁਲ ਨਾ ਵਿਗਾੜਨ, ਹਾਂ ਉਹਨੂੰ ਮਾਡਰਨ ਜ਼ਰੂਰ ਕਰ ਦੇਣ। ਗੱਲਾਂ ਸਾਰੀਆਂ ਉਹੀ ਨੇ ਹਮੇਸ਼ਾ ਤੋਂ ਜੋ ਕਰਦੇ ਆ ਰਹੇ ਹਾਂ। ਉਹਦੇ ਵਿੱਚ ਨਿਵੇਕਲਾਪਣ ਕੀ ਹੈ, ਨਵੀਂ ਗੱਲ ਕੀ ਹੈ? ਨਵੀਂ ਗੱਲ ਇਹ ਹੈ ਜੀ ਕਿ ਇਹਨਾਂ ਗੱਲਾਂ ਨੂੰ ਸਮਝਣ ਦੇ ਬਾਵਜੂਦ ਵੀ ਇਹਨਾਂ ਨੂੰ ਅਪਲਾਈ ਨਹੀਂ ਕੀਤਾ ਜਾਂਦਾ, ਇਹਨਾਂ ਉੱਤੇ ਕੰਮ ਨਹੀਂ ਹੁੰਦਾ। ਕਾਰਨ ਕੋਈ ਲਾਲਚ ਹੋ ਸਕਦਾ ਹੈ ਕਿ ਜੇ ਇੱਦਾਂ ਕੀਤਾ ਗਿਆ ਤਾਂ ਸਾਨੂੰ ਫਾਇਦਾ ਨਹੀਂ ਹੋਏਗਾ, ਸਾਹਮਣੇ ਵਾਲੇ ਨੂੰ ਫਾਇਦਾ ਹੋਏਗਾ, ਕਿਸਾਨ ਨੂੰ ਫਾਇਦਾ ਹੋਏਗਾ। ਪਰ ਇੰਡਸਟਰੀ ਨੂੰ ਡਿਵੈਲਪ ਕਰੋ, ਪਰ ਕਿਸਾਨੀ ਦੀ ਕੀਮਤ 'ਤੇ ਤਾਂ ਨਹੀਂ ਕਰਨਾ ਚਾਹੀਦਾ ਨਾ, ਖੇਤੀਬਾੜੀ ਦੀ ਕੀਮਤ ਦੇ ਉੱਤੇ ਤਾਂ ਇੰਡਸਟਰੀ ਨੂੰ ਡਿਵੈਲਪ ਨਹੀਂ ਨਾ ਕਰਨਾ ਚਾਹੀਦਾ ਕਿ ਇੰਡਸਟਰੀ ਨੂੰ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾਣ ਤੇ ਖੇਤੀਬਾੜੀ ਨੂੰ ਉਨੀਆਂ ਫੈਸਿਲਿਟੀਆਂ ਨਾ ਦਿੱਤੀਆਂ ਜਾਣ ਜਿੰਨੀ ਜ਼ਰੂਰਤ ਹੈ। ਕਿਉਂਕਿ ਕਿਹਾ ਤਾਂ ਇਹ ਵੀ ਜਾਂਦਾ ਕਿ ਖੇਤੀਬਾੜੀ ਨੂੰ ਫੈਸਿਲਿਟੀਆਂ ਦਿਓ, ਉਹਨਾਂ ਵਾਸਤੇ ਬੈਂਕ ਅਲੱਗ ਹੋਣੇ ਚਾਹੀਦੀਆਂ ਨੇ, ਉਹਨਾਂ ਵਾਸਤੇ ਸਹਿਕਾਰੀ ਸਮਿਤੀਆਂ ਹੋਣੀਆਂ ਚਾਹੀਦੀਆਂ ਨੇ, ਉਹਨਾਂ ਵਾਸਤੇ NGOs ਵੀ ਹੋਣੀਆਂ ਚਾਹੀਦੀਆਂ ਨੇ ਜੋ ਆਪਣੇ ਵੋਲੰਟੀਅਰਸ ਦੇ ਨਾਲ ਕਿਸਾਨਾਂ ਦੀ ਮਦਦ ਵਾਸਤੇ ਅੱਗੇ ਹੋਣ। ਸੋ ਨਵੀਆਂ ਤਕਨੀਕਾਂ, ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਖੇਤ ਮਜ਼ਦੂਰ, ਉਹਨਾਂ ਨੂੰ ਨਵੀਆਂ ਤਕਨੀਕਾਂ ਦੱਸਣੀਆਂ, ਕਿਉਂਕਿ ਉਹ ਪੁਰਾਣੀ ਵਿਧੀ ਨਾਲ, ਪੁਰਾਣੇ ਤਰੀਕੇ ਨਾਲ ਜੇ ਖੇਤੀ ਕਰਦੇ ਰਵਾਂਗੇ ਤਾਂ ਅੱਜ ਦੇ ਮੁਤਾਬਿਕ ਅਸੀਂ ਪ੍ਰੋਡਕਸ਼ਨ ਨਹੀਂ ਕਰ ਸਕਦੇ। ਇਸ ਕਰਕੇ ਨਵੀਆਂ ਤਕਨੀਕਾਂ ਵੀ ਅਪਣਾਉਣੀਆਂ ਜ਼ਰੂਰੀ ਨੇ, ਕਿਉਂਕਿ ਮਾਡਰਨ ਟਾਈਮ ਦੇ ਵਿੱਚ ਮਾਡਰਨ ਹੋਣਾ ਜ਼ਰੂਰੀ ਹੈ। ਔਰ ਇੱਕ ਗੱਲ ਇਹ
ਕਿ ਜਦੋਂ ਅਸੀਂ ਦੇਖਦੇ ਹਾਂ ਕਿ ਜਿੰਨੀ ਸਾਡੀ ਕਾਸਟ ਆਫ ਪ੍ਰੋਡਕਸ਼ਨ ਹੈ ਉਨੀ ਸਾਨੂੰ ਫਸਲ ਨਹੀਂ ਮਿਲਦੀ, ਤਾਂ ਕਿਸਾਨ ਨੂੰ ਪਤਾ ਹੁੰਦਾ ਹੈ ਕਿ ਜਦੋਂ ਮੈਂ ਫਸਲ ਵੱਢਦਾ ਪਿਆ ਨਾ ਤਾਂ ਮੈਂ ਕਰਜ਼ੇ ਵੱਢਦਾ ਪਿਆ, ਮੈਂ ਗਰੀਬੀ ਵੱਢਦਾ ਪਿਆ, ਮੈਂ ਜੋ ਆਪਣੇ ਉੱਤੇ ਘਾਟਾ ਲੈਣਾ ਹੈ ਮੈਂ ਉਹ ਵੱਢਦਾ ਪਿਆ। ਇਹ ਫਸਲ ਜਿਹੜੀ ਹੈ ਨਾ ਇਹਨੇ ਮੈਨੂੰ ਓਨਾ ਫਾਇਦਾ ਨਹੀਂ ਦੇਣਾ ਜਿੰਨਾ ਮੇਰਾ ਖਰਚਾ ਹੋ ਚੁੱਕਾ ਹੈ। ਕਿਸਾਨ ਨੂੰ ਪਤਾ ਹੁੰਦਾ ਹੈ ਪਰ ਉਹ ਫਿਰ ਵੀ ਇਹ ਕੰਮ ਕਰਦਾ ਹੈ। ਪਰ ਕਈ ਵਾਰ ਰੱਬੋ ਐਸੀ ਗੱਲ ਹੋ ਜਾਂਦੀ ਹੈ, ਕੁਦਰਤ ਐਸੀ ਗੱਲ ਕਰ ਦਿੰਦੀ ਹੈ ਕਿ ਉਹਨੂੰ ਫਾਇਦਾ ਹੋ ਵੀ ਜਾਂਦਾ ਹੈ, ਪਰ ਜਿਹੜੀ ਉਹਦੇ ਕੋਲ ਇਨਕਮ ਹੈ ਉਹਨੇ ਉਸ ਇਨਕਮ ਦਾ ਖਰਚਾ ਕਿੱਥੇ ਕਰਨਾ ਹੈ, ਘਰ ਦੇ ਗੁਜ਼ਾਰੇ ਉੱਤੇ ਕਰਨਾ ਹੈ, ਕਰਜ਼ੇ ਵੀ ਵਾਪਸ ਕਰਨੇ ਨੇ, ਫਿਰ ਅੱਗੋਂ ਖੇਤੀਬਾੜੀ ਵਾਸਤੇ ਕੀ ਕਰਨਾ ਹੈ ਉਹ ਵੀ ਸੋਚਣਾ ਹੈ। ਇਸ ਕਰਕੇ ਕਿਸਾਨ ਨੂੰ ਨਾ ਉਲਝਾਉਣਾ ਹਿਸਾਬ ਕਿਤਾਬ ਦੇ ਵਿੱਚ, ਆਂਕੜਿਆਂ ਦੇ ਵਿੱਚ, ਵਿਕਾਸ ਦੇ ਮਾਡਲ ਦੇ ਵਿੱਚ ਐਵੇਂ ਹੀ ਉਹਨੂੰ ਚੱਕਰਾਂ 'ਚ ਪਾਈ ਰੱਖਣਾ ਇਹ ਸ਼ੋਭਾ ਨਹੀਂ ਦਿੰਦਾ। ਕਿਸੇ ਵੀ ਬਿਜ਼ਨਸ ਹਾਊਸਿਸ ਨੂੰ ਜਾਂ ਕਿਸੇ ਵੀ ਨੀਤੀ ਬਣਾਉਣ ਵਾਲਿਆਂ ਨੂੰ, ਪਾਲਿਸੀ ਮੇਕਰਸ ਨੂੰ ਇਹ ਸ਼ੋਭਾ ਨਹੀਂ ਦਿੰਦਾ। ਸਿੱਧੀ ਸਾਦੀ ਗੱਲ ਕਰੋ, ਸਿੱਧਾ ਸਾਦਾ ਕਿੱਤਾ ਹੈ, ਉਲਝਾਉਣ ਵਾਲੀ ਕਿਹੜੀ ਲੋੜ ਹੈ। ਸੋ ਸਿੱਧੀ ਸਾਦੀ ਗੱਲ ਕਿਸਾਨ ਨੂੰ ਸਮਝ ਆਉਂਦੀ ਹੈ, ਪਰ ਨਾਲ ਗੱਲ ਇਹ ਹੈ ਕਿ ਉਹ ਚਤੁਰਾਈ ਵੀ ਸਮਝ ਜਾਂਦਾ ਕਿ ਕੌਣ ਬੰਦਾ ਉਹਦੇ ਨਾਲ ਕਿਹੜੀ ਖੇਡ ਖੇਡਣ ਲੱਗਾ, ਇਸ ਕਰਕੇ ਉਹ ਪੂਰੀ ਤਰ੍ਹਾਂ ਅਲਰਟ ਵੀ ਹੈ। ਸੋ ਗੱਲ ਮੁੱਕਦੀ ਇਹ ਹੈ ਕਿ ਇਹ ਸਾਰੀਆਂ ਜੋ ਕਸ਼ਮਕਸ਼ ਅਸੀਂ ਖੜੀਆਂ ਕਰ ਲੈਂਦੇ ਹਾਂ ਇੰਡਸਟਰੀ ਤੇ ਐਗਰੀਕਲਚਰ ਦੇ ਵਿੱਚ, ਇਹ ਜ਼ਰੂਰੀ ਨਹੀਂ ਕਿ ਅਸੀਂ ਖੜੀਆਂ ਕਰੀਏ, ਕਿਉਂਕਿ ਇਸ ਤੋਂ ਬਿਨਾਂ ਵੀ ਕੰਮ ਹੋ ਸਕਦਾ ਹੈ। ਇੰਡਸਟਰੀ ਆਪਣਾ ਕੰਮ ਕਰੇ, ਖੇਤੀਬਾੜੀ ਆਪਣਾ ਕੰਮ ਕਰੇ, ਤੇ ਜਿਹੜਾ ਰॉ ਮਟੀਰੀਅਲ ਖੇਤੀਬਾੜੀ ਤੋਂ ਚਾਹੀਦਾ ਹੈ ਇੰਡਸਟਰੀ ਨੂੰ, ਉਹ ਇੰਡਸਟਰੀ ਜ਼ਰੂਰ ਲਵੇ, ਕਿਉਂਕਿ ਖੇਤੀਬਾੜੀ ਤੇ ਕਦੀ ਜਾ ਕੇ ਇੰਡਸਟਰੀ ਦੇ ਕੰਮ ਦੇ ਵਿੱਚ ਦਖਲ ਨਹੀਂ ਦਿੰਦੀ। ਹਾਂ, ਇੰਡਸਟਰੀ ਜ਼ਰੂਰ ਖੇਤੀਬਾੜੀ ਦੇ ਕੰਮ ਦੇ ਵਿੱਚ ਦਖਲ ਦਿੰਦੀ ਹੈ। ਅਸੀਂ ਦੇਖਦੇ ਹਾਂ ਜਦੋਂ ਗੰਨੇ ਦਾ ਸੀਜ਼ਨ ਹੈ ਤਾਂ ਟਰਾਲੀਆਂ ਦੀਆਂ ਟਰਾਲੀਆਂ ਸੜਕਾਂ 'ਤੇ ਖੜੀਆਂ ਨੇ, ਸਾਰਾ ਟ੍ਰੈਫਿਕ ਜਾਮ। ਅਸੀਂ ਦੇਖਦੇ ਹਾਂ ਕਿ ਜਿਹੜੀ ਕਿਸਾਨਾਂ ਦੀ ਫਸਲ ਹੈ ਮੰਡੀਆਂ 'ਚ ਵੀ ਰੁਲਦੀ ਹੈ। ਅਸੀਂ ਦੇਖਦੇ ਹਾਂ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਗੋਦਾਮਾਂ ਵਿੱਚ ਵੀ ਖਰਾਬ ਹੁੰਦੀ ਹੈ, ਕੀੜੇ ਖਾਂਦੇ ਨੇ। ਸੋ ਇਹ ਕੁੱਲ ਮਿਲਾ ਕੇ ਜਿਹੜਾ ਵੇਸਟ ਹੈ ਅਨਾਜ ਦਾ, ਇਹਦੇ ਵੱਲ ਵੀ ਧਿਆਨ ਦੇਣਾ ਪਏਗਾ। ਪਰ ਜਦੋਂ ਅਸੀਂ ਇੰਡਸਟਰੀ ਦੇ ਵੇਸਟ ਦੀ ਗੱਲ ਕਰਦੇ ਹਾਂ, ਉੱਥੇ ਤੁਸੀਂ ਉਸ ਚੀਜ਼ ਨੂੰ ਬਾਇਓ ਪ੍ਰੋਡਕਟ ਬਣਾ ਕੇ ਕਿਸੇ ਨਾ ਕਿਸੇ ਤਰ੍ਹਾਂ ਸੰਭਾਲ ਲੈਂਦੇ ਹੋ। ਬਾਕੀ ਅਲੱਗ ਚੀਜ਼ ਹੈ ਕਿ ਵੇਸਟ ਨੂੰ, ਗੰਦੇ ਪਾਣੀ ਨੂੰ ਤੁਸੀਂ ਸੁੱਟ ਦਿੰਦੇ ਹੋ ਨਦੀਆਂ ਦੇ ਵਿੱਚ, ਦਰਿਆਵਾਂ ਦੇ ਵਿੱਚ, ਉੱਥੇ ਵੀ ਪੋਲਿਊਸ਼ਨ ਹੈ। ਹਾਲਾਂਕਿ ਉਹਨੂੰ ਰੀਸਾਈਕਲ ਕਰਨਾ ਚਾਹੀਦਾ, ਉਹ ਤੁਸੀਂ ਨਹੀਂ ਦਿੰਦੇ ਹੋ। ਪਰ ਜਦੋਂ ਕਿਸਾਨੀ ਦੀ ਗੱਲ ਕਰਦੇ ਹਾਂ ਉੱਥੇ ਪੋਲਿਊਸ਼ਨ ਨਹੀਂ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਇੰਡਸਟਰੀ ਜ਼ਿਆਦਾ ਯੂਜ਼ ਹੋ ਰਹੀ ਹੈ, ਕੈਮੀਕਲ ਜ਼ਿਆਦਾ ਯੂਜ਼ ਹੋ ਰਹੇ ਨੇ ਫਰਟੀਲਾਈਜ਼ਰ ਦੇ ਰੂਪ ਦੇ ਵਿੱਚ, ਉੱਥੇ ਵੀ ਪੋਲਿਊਸ਼ਨ ਦੀ ਮਾਤਰਾ ਆਉਣ ਲੱਗ ਪਈ ਹੈ। ਪਾਣੀ ਵੀ ਗੰਦਾ ਹੋਣ ਲੱਗ ਪਿਆ ਹੈ, ਕਿਉਂਕਿ ਜਾਣ ਲੱਗ ਪਈ ਹੈ ਉਹ ਸਾਰੀ ਜ਼ਹਿਰ ਜੋ ਕੈਮੀਕਲਸ ਦੀ ਹੈ ਪਾਣੀ ਦੇ ਵਿੱਚ। ਸੋ ਇਹਦੇ ਵਾਸਤੇ ਵੀ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਇੰਡਸਟਰੀ ਰਿਸਪੌਂਸੀਬਲ ਹੈ, ਕਿਉਂਕਿ ਮਾਰਕੀਟਿੰਗ ਇੱਦਾਂ ਕੀਤੀ ਜਾਂਦੀ ਹੈ, ਐਡਵਰਟੀਜ਼ਮੈਂਟਸ ਇੱਦਾਂ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਇਹ ਕੀੜੇ ਮਾਰ ਦਵਾਈਆਂ ਵਰਤੋ, ਤੁਸੀਂ ਇਹ ਸਪਰੇ ਪਾਓ, ਤੁਸੀਂ ਇਹ ਖਾਦਾਂ ਪਾਓ, ਇਹ ਨਾਲ ਜ਼ਿਆਦਾ ਹੋਏਗੀ ਤੁਹਾਡੀ ਪੈਦਾਵਾਰ। ਸੋ ਕਿਸਾਨ ਇਹ ਸੋਚ ਕੇ ਉਹ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿੰਦਾ ਹੈ, ਪਰ ਜਿੰਨੀ ਮਾਤਰਾ ਵਿੱਚ ਉਹ ਚੀਜ਼ ਪਾਣੀ ਚਾਹੀਦੀ ਹੈ ਉਸ ਤੋਂ ਕਿਤੇ ਵੱਧ ਦੱਸਿਆ ਜਾਂਦਾ ਹੈ। ਇਸ ਕਰਕੇ ਨੁਕਸਾਨ ਹੁੰਦੇ ਨੇ। ਹਾਲਾਂਕਿ ਵਿਰਾਸਤੀ ਖੇਤੀ ਵਿੱਚ ਸਾਡੇ ਕੋਲ ਐਸੀਆਂ ਚੀਜ਼ਾਂ ਮੌਜੂਦ ਨੇ ਜੋ ਸਾਨੂੰ ਬਚਾ ਸਕਦੀਆਂ ਨੇ ਕੀੜਿਆਂ ਤੋਂ, ਜੋ ਸਾਡੀ ਪੈਦਾਵਾਰ ਨੂੰ ਵਧਾ ਸਕਦੀਆਂ ਨੇ। ਹਰ ਤਰ੍ਹਾਂ ਦੀਆਂ ਤਕਨੀਕਾਂ ਮੌਜੂਦ ਨੇ, ਪਰ ਉਹਨਾਂ ਤਰੀਕਾਂ ਨੂੰ ਆਊਟਡੇਟਿਡ ਕਹਿ ਕੇ ਪੂਰੀ ਤਰ੍ਹਾਂ ਨਾਲ ਕੱਢ ਦਿੱਤਾ ਜਾਂਦਾ ਹੈ ਤੇ ਨਵੀਆਂ ਤਕਨੀਕਾਂ, ਨਵਾਂ ਫਰਟੀਲਾਈਜ਼ਰ, ਨਵੇਂ ਸਾਰੇ ਢੰਗ ਤਰੀਕੇ ਦੱਸੇ ਜਾਂਦੇ ਨੇ ਜੋ ਕਿ ਇੰਡਸਟਰੀ ਦੇ ਫਾਇਦੇ ਵਿੱਚ ਜਾਂਦੇ ਨੇ, ਕਿਸਾਨੀ ਦੇ ਫਾਇਦੇ ਵਿੱਚ ਬਹੁਤ ਘੱਟ ਜਾਂਦੇ ਨੇ। ਮਾਹਿਰ ਕਹਿੰਦੇ ਨੇ ਕਿ ਜਦੋਂ ਖੇਤੀ ਕਾਨੂੰਨ ਵਾਪਸ ਹੋ ਗਏ ਤਾਂ ਫਿਰ ਖੇਤੀ ਉਸੇ ਸਥਾਨ ਤੇ ਆ ਗਈ ਹੈ ਜਿਸ ਸਥਾਨ ਤੇ ਪਹਿਲਾਂ ਸੀ। ਉਹੀ ਗਰੀਬੀ, ਉਹੀ ਮੁਫਲਿਸੀ, ਉਹੀ ਸਾਧਨਾਂ ਦੀ ਕਾਣੀ ਵੰਡ, ਉਹੀ ਖੇਤੀ ਨੂੰ ਉਹ ਸਨਮਾਨ ਨਾ ਮਿਲਣਾ, ਉਹੀ ਕਿਸਾਨ ਨੂੰ ਉਹ ਸਨਮਾਨ ਨਾ ਮਿਲਣਾ। ਪਰ ਉਹਦਾ ਤਰੀਕਾ ਇਹ ਨਹੀਂ ਸੀ ਕਿ ਇਹ ਤਿੰਨੋਂ ਖੇਤੀ ਕਾਨੂੰਨ ਪਾਸ ਕੀਤੇ ਜਾਣ, ਕਿਉਂਕਿ ਇਹ ਤਾਂ ਹੋਰ ਜ਼ਿਆਦਾ ਮਾੜੀ ਹਾਲਤ ਵਿੱਚ ਲੈ ਕੇ ਜਾ ਸਕਦਾ ਹੈ ਕਿਸਾਨ ਨੂੰ, ਕਿਸਾਨੀ ਨੂੰ। ਇਹ ਮਾਹਿਰਾਂ ਦਾ ਕਹਿਣਾ ਹੈ। ਇਸੇ ਕਰਕੇ ਕਿਸਾਨ ਇਸ ਗੱਲ ਦੇ ਉੱਤੇ ਬਿਲਕੁਲ ਦ੍ਰਿੜ ਰਹੇ ਨੇ ਕਿ ਇਹ ਖੇਤੀ ਕਾਨੂੰਨ ਵਾਪਸ ਹੋਣ। ਖੈਰ, ਹੋ ਗਏ। ਹੁਣ ਅਗਲੀ ਗੱਲ ਇਹ ਹੈ ਕਿ ਜਿਹੜੀ ਖੇਤੀ ਦੀ ਮਾੜੀ ਸਥਿਤੀ ਹੈ ਉਹਦੇ ਵਾਸਤੇ ਕਿਹੜੇ ਨਵੇਂ ਮਾਡਲਸ ਬਣਾਏ ਜਾਣ। ਐਡੀਆਂ ਵੱਡੀਆਂ ਯੂਨੀਵਰਸਿਟੀਜ਼ ਨੇ ਐਗਰੀਕਲਚਰ ਦੀਆਂ, ਉਹ ਯੂਨੀਵਰਸਿਟੀਆਂ ਕਿੱਦਾਂ ਆਪਣਾ ਯੋਗਦਾਨ ਪਾ ਸਕਦੀਆਂ ਨੇ। ਪੂਰੀ ਦੁਨੀਆ ਦੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਕਿਸਾਨੀ ਦੇ ਖੇਤਰ ਦੇ ਵਿੱਚ ਕੰਮ ਕਰਦੀਆਂ ਨੇ, ਉਹ ਮਾਹਿਰ ਕਿਸਾਨਾਂ ਨੂੰ, ਵੱਖੋ-ਵੱਖ ਦੇਸ਼ਾਂ ਦੇ ਮਾਹਿਰਾਂ ਨੂੰ, ਵੱਖੋ-ਵੱਖ ਦੇਸ਼ਾਂ ਦੇ ਕਿਸਾਨਾਂ ਨੂੰ ਕੀ ਸਲਾਹ ਦੇ ਸਕਦੇ ਨੇ। ਇੱਕ ਸੋਚ ਕੇ ਦੇਖੋ ਇੱਕ ਗੱਲ ਕਿ ਪੂਰੀ ਦੁਨੀਆ ਦੀ ਖੇਤੀਬਾੜੀ, ਪੂਰੀ ਦੁਨੀਆ ਦੇ ਕਿਸਾਨ ਇਕੱਠੇ ਹੋ ਗਏ। ਸੋ ਜਿਸ ਖਿੱਤੇ ਦੇ ਵਿੱਚ ਜਿਹੜੀ ਫਸਲ ਉਗਾਈ ਜਾਣੀ ਚਾਹੀਦੀ ਹੈ ਉਹੀ ਫਸਲ ਉੱਥੇ ਉਗਾਈ ਜਾਂਦੀ, ਕਿਉਂਕਿ ਉੱਥੋਂ ਦਾ ਜਲਵਾਯੂ, ਹਵਾ, ਪਾਣੀ, ਮਿੱਟੀ ਉਸ ਦੇ ਵਾਸਤੇ ਮਾਫਕ ਹੈ।
ਸੋ ਇਸੇ ਤਰ੍ਹਾਂ ਭਾਰਤ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਵੱਖ-ਵੱਖ ਫਸਲਾਂ ਉਗਾਈਆਂ ਜਾਂਦੀਆਂ ਨੇ। ਕਈ ਵਾਰ ਮਾਹਿਰ ਕਹਿੰਦੇ ਨੇ ਕਿ ਚੌਲਾਂ ਦੀ ਖੇਤੀ ਪੰਜਾਬ ਦੀ ਧਰਤੀ ਨੂੰ ਸੂਟ ਨਹੀਂ ਕਰਦੀ, ਕਿਉਂਕਿ ਪੰਜਾਬ ਦਾ ਬਹੁਤ ਸਾਰਾ ਪਾਣੀ ਥੱਲੇ ਚਲਾ ਗਿਆ ਹੈ ਚੌਲਾਂ ਦੀ ਖੇਤੀ ਕਰਕੇ, ਇਹ ਵੀ ਮਾਹਿਰ ਕਹਿੰਦੇ ਨੇ। ਖੈਰ, ਐਨਾਲਿਸਿਸ ਇਹ ਹੋਣਾ ਚਾਹੀਦਾ ਜਿਹੜੀ ਸਾਡੀ ਪੁਰਾਤਨ ਖੇਤੀ ਹੈ, ਪੁਰਾਤਨ ਸਾਡੇ ਗ੍ਰੰਥਾਂ 'ਚ ਮਿਲਦਾ ਹੈ ਕਿ ਮਿੱਟੀ ਦੇ ਮੁਤਾबिक, ਮਿੱਟੀ ਦੀ ਉਪਜਾਊ ਸ਼ਕਤੀ ਦੇ ਮੁਤਾबिक ਕਿਹੜੀ ਜਲਵਾਯੂ ਨੂੰ ਕਿਹੜੀ ਫਸਲ ਸੂਟ ਕਰਦੀ ਹੈ, ਉੱਥੇ ਉਹੀ ਫਸਲ ਬੀਜੋ। ਤੇ ਭਾਰਤ ਦੇ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਇਹੀ ਪ੍ਰੋਡਕਸ਼ਨ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਕਿਤੇ ਕਣਕ ਬੀਜੀ ਜਾ ਰਹੀ ਹੈ, ਕਿਤੇ ਚੌਲ ਬੀਜੇ ਜਾ ਰਹੇ ਨੇ, ਕਿਤੇ ਛੋਲੇ ਤੇ ਕਿਤੇ ਦਾਲਾਂ, ਵੱਖੋ-ਵੱਖ ਫਸਲਾਂ। ਇਸ ਤਰ੍ਹਾਂ ਹੀ ਪੂਰੀ ਦੁਨੀਆ ਦੇ ਵਿੱਚ। ਤਾਂ ਕਿਉਂ ਨਾ ਪੂਰੀ ਦੁਨੀਆ ਨੂੰ, ਪੂਰੀ ਦੁਨੀਆ ਦੀ ਕਿਸਾਨੀ ਨੂੰ, ਪੂਰੀ ਦੁਨੀਆ ਦੀ ਖੇਤੀਬਾੜੀ ਨੂੰ ਇਕੱਠਾ ਕਰ ਲਿੱਤਾ ਜਾਵੇ, ਉਹਦੇ 'ਚ ਕਿਸਾਨ ਸਾਰੇ ਭਾਈਵਾਲ ਹੋਣ ਤੇ ਉਹ ਮਿਲ ਕੇ ਖੇਤੀ ਕਰਨ ਪੂਰੀ ਦੁਨੀਆ ਵਾਸਤੇ। ਇਸ ਤਰ੍ਹਾਂ ਦੀ ਕਲਪਨਾ, ਇਸ ਤਰ੍ਹਾਂ ਦਾ ਦੇਸ਼, ਇਸ ਤਰ੍ਹਾਂ ਦੀ ਦੁਨੀਆ, ਕਿਉਂਕਿ ਦੁਨੀਆ ਪੂਰੀ ਇੱਕ ਹੋ ਚੁੱਕੀ ਹੈ ਇੰਟਰਨੈਟ ਦੇ ਆਉਣ ਨਾਲ। ਅਸੀਂ ਸਾਰੇ ਜਾਣਦੇ ਹਾਂ ਗਲੋਬਲ ਵਿਲੇਜ ਕਿਹਾ ਜਾਂਦਾ ਕਿ ਪੂਰੀ ਦੁਨੀਆ ਇੱਕ ਪਿੰਡ ਬਣ ਗਿਆ, ਇਕੱਠੇ ਹੋ ਗਏ ਹਾਂ। ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਸਹਾਈ ਹੋ ਸਕਦੀਆਂ ਨੇ ਪੂਰੀ ਦੁਨੀਆ ਦੇ ਕਿਸਾਨਾਂ ਵਾਸਤੇ। ਇੱਕ ਗੱਲ ਆਉਂਦੀ ਹੈ ਕਿ ਸ਼ਹਿਰਾਂ ਦਾ ਤੇ ਪਿੰਡਾਂ ਦਾ ਜਿਹੜਾ ਫਰਕ ਹੈ, ਉਸ ਫਰਕ ਨੂੰ ਕਿਵੇਂ ਦੂਰ ਕੀਤਾ ਜਾਵੇ, ਕਿਉਂਕਿ ਸ਼ਹਿਰੀਕਰਨ ਹੋਣ ਦੇ ਨਾਲ ਨਾਲ ਕੀ ਹੁੰਦਾ ਹੈ ਕਿ ਉਪਜਾਊ ਜ਼ਮੀਨ ਜਿਹੜੀ ਹੈ ਉਹਦੇ ਉੱਤੇ ਕੰਸਟਰਕਸ਼ਨ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਕੰਸਟਰਕਸ਼ਨ ਉੱਥੇ ਹੋਣੀ ਚਾਹੀਦੀ ਹੈ ਜਿੱਥੇ ਧਰਤੀ ਅਜਿਹੀ ਨਾ ਹੋਵੇ ਜਿੱਥੇ ਬਹੁਤ ਜ਼ਿਆਦਾ ਫਸਲ ਹੋ ਸਕਦੀ ਹੈ। ਕਈ ਮਾਹਰ ਕਹਿੰਦੇ ਨੇ ਕਿ ਸਿਰਫ ਬੰਜਰ ਜ਼ਮੀਨ ਦੇ ਉੱਤੇ ਹੀ ਇੰਡਸਟਰੀ ਹੋਣੀ ਚਾਹੀਦੀ ਹੈ, ਸਿਰਫ ਬੰਜਰ ਜ਼ਮੀਨ ਦੇ ਉੱਤੇ ਹੀ ਰਿਹਾਇਸ਼ੀ ਪਲਾਟਸ ਹੋਣੇ ਚਾਹੀਦੇ ਨੇ, ਪਰ ਇਹ ਵੀ ਸੰਭਵ ਨਹੀਂ ਹੈ। ਪਰ ਸੰਭਵ ਹੋ ਵੀ ਸਕਦਾ ਕਿਉਂਕਿ ਸ਼ਹਿਰ ਵਸਾਉਣਾ ਕਿਤੇ ਵੀ ਵਸਾ ਸਕਦੇ ਹੋ। ਇੱਕ ਪੂਰਾ ਪਲਾਨ ਚਾਹੀਦਾ ਹੈ, ਟਾਊਨ ਪਲੈਨਿੰਗ ਚਾਹੀਦੀ ਹੈ। ਇਹ ਸ਼ੁਰੂ ਤੋਂ ਹੀ ਹੋਣਾ ਚਾਹੀਦਾ ਸੀ, ਪਰ ਸ਼ੁਰੂ ਤੋਂ ਇਸ ਤਰ੍ਹਾਂ ਡਿਵੈਲਪ ਨਹੀਂ ਹੋਇਆ। ਸਾਡੇ ਸਾਹਮਣੇ ਚੰਡੀਗੜ੍ਹ ਦੀ ਐਗਜ਼ਾਮਪਲ ਹੈ। ਕਹਿੰਦੇ ਨੇ ਕਿ ਪਿੰਡਾਂ ਦੇ ਪਿੰਡ ਇਸ ਸ਼ਹਿਰ ਦੇ ਅੰਦਰ ਆ ਗਏ ਕਿ ਉਹਦਾ ਸ਼ਹਿਰੀਕਰਨ ਹੋ ਗਿਆ, ਜ਼ਮੀਨਾਂ ਨੂੰ, ਖੇਤਾਂ ਨੂੰ ਤਬਾਹ ਕਰ ਦਿੱਤਾ ਗਿਆ ਇੱਕ ਸ਼ਹਿਰ ਵਸਾਉਣ ਵਾਸਤੇ। ਪਰ ਇਹ ਵੀ ਇੱਕ ਸੁਪਨਾ ਸੀ ਕਿ ਇਸ ਤਰ੍ਹਾਂ ਦਾ ਸ਼ਹਿਰ ਚਾਹੀਦਾ ਹੈ, ਪਰ ਕੁਝ ਹੋਰ ਵੀ ਹੋ ਸਕਦਾ ਸੀ। ਇਹ ਵੀ ਮਾਹਿਰ ਕਹਿੰਦੇ ਨੇ ਕਿ ਕਿਸਾਨੀ ਨੂੰ ਬਚਾ ਲਿੱਤਾ ਜਾਂਦਾ, ਖੇਤਾਂ ਨੂੰ ਬਚਾ ਲਿੱਤਾ ਜਾਂਦਾ, ਠੀਕ ਹੈ, ਖੇਤੀਬਾੜੀ ਨੂੰ ਬਚਾ ਲਿੱਤਾ ਜਾਂਦਾ, ਸ਼ਹਿਰ ਵਸੋਂ ਕਿਸੇ ਹੋਰ ਤਰ੍ਹਾਂ ਵੀ ਹੋ ਸਕਦੀ ਸੀ। ਗੱਲ ਇਹ ਹੈ ਕਿ ਸਾਡੇ ਕੋਲ ਜ਼ਮੀਨ ਓਨੀ ਕੀ ਹੈ ਤੇ ਉਸੇ ਜ਼ਮੀਨ ਨੂੰ ਅਸੀਂ ਵਰਤਣਾ ਹੈ ਖੇਤੀਬਾੜੀ ਵਾਸਤੇ ਵੀ, ਇੰਡਸਟਰੀ ਵਾਸਤੇ ਵੀ, ਹੋਰ ਬਾਕੀ ਚੀਜ਼ਾਂ ਵਾਸਤੇ ਵੀ। ਤਾਂ ਜ਼ਮੀਨ ਤਾਂ ਵੱਧ ਨਹੀਂ ਜਾਣੀ, ਤਾਂ ਸਾਨੂੰ ਕੀ ਚਾਹੀਦਾ ਹੈ ਕਿ ਇਸ ਜ਼ਮੀਨ ਦਾ ਇਸਤੇਮਾਲ ਉਵੇਂ ਕਰੀਏ ਜਿਹੜਾ ਘੱਟ ਤੋਂ ਘੱਟ ਇਲਾਕਾ ਘੇਰੇ ਉਹ ਜਿਹੜੀ ਕੰਸਟਰਕਸ਼ਨ ਹੈ, ਤੇ ਵੱਧ ਤੋਂ ਵੱਧ ਇਲਾਕੇ ਦੇ ਵਿੱਚ ਸਾਡੇ ਕੋਲ ਹੋਣੀ ਚਾਹੀਦੀ ਹੈ ਖੇਤੀਬਾੜੀ। ਕਈ ਵਾਰ ਮਾਹਿਰ ਕਹਿੰਦੇ ਨੇ ਕਿ ਖੇਤੀਬਾੜੀ ਵੀ ਜ਼ਿਆਦਾ ਕਰਾਂਗੇ ਤਾਂ ਜੰਗਲ ਵੱਢਣੇ ਪੈਣਗੇ, ਉਸ ਦੇ ਨਾਲ ਵੀ ਵਾਤਾਵਰਣ ਨੂੰ ਨੁਕਸਾਨ ਹੋ ਸਕਦਾ ਹੈ। ਬਿਲਕੁਲ ਪਤੇ ਦੀ ਗੱਲ ਹੈ। ਤਾਂ ਇਸ ਕਰਕੇ ਖੇਤੀਬਾੜੀ ਵੀ ਉਸ ਤਰ੍ਹਾਂ ਜਿਹੜੀ ਜਲਵਾਯੂ ਦੇ ਉੱਤੇ ਮਾੜਾ ਅਸਰ ਨਾ ਪਾਵੇ, ਕਿਉਂਕਿ ਮਾਹਿਰ ਕਹਿੰਦੇ ਨੇ ਕਿਤੇ ਨਾ ਕਿਤੇ ਜਾ ਕੇ ਖੇਤੀਬਾੜੀ ਵੀ ਜਲਵਾਯੂ ਦੇ ਉੱਤੇ ਮਾੜਾ ਅਸਰ ਪਾ ਰਹੀ ਹੈ। ਜਿਸ ਤਰ੍ਹਾਂ ਅਸੀਂ ਮਸ਼ੀਨਰੀ ਇਸਤੇਮਾਲ ਕਰਦੇ ਹਾਂ, ਜਿਸ ਤਰ੍ਹਾਂ ਅਸੀਂ ਜੰਗਲ ਕੱਟੀ ਜਾ ਰਹੇ ਹਾਂ, ਉਹ ਵੀ ਗਲਤ ਗੱਲ ਹੈ। ਉਸ ਚੀਜ਼ ਨੂੰ ਵੀ ਕੰਟਰੋਲ ਕਰਨਾ ਚਾਹੀਦਾ ਹੈ। ਸੋ ਹੁਣ ਚਾਹੀਦਾ ਕੀ ਹੈ? ਖੇਤੀਬਾੜੀ ਦਾ ਤੇ ਇੰਡਸਟਰੀ ਦਾ ਇੱਕ ਸੰਤੁਲਨ। ਜੇ ਦੋਵੇਂ ਖੇਤਰ ਮਿਲ ਕੇ ਕੰਮ ਕਰਨ ਤਾਂ ਕੀ ਨਹੀਂ ਹੋ ਸਕਦਾ। ਸਾਰੇ ਤਰੱਕੀ ਕਰ ਸਕਦੇ ਨੇ, ਸਭ ਨੂੰ ਰੋਜ਼ਗਾਰ ਮਿਲ ਸਕਦਾ ਹੈ, ਗਰੀਬੀ ਦੂਰ ਹੋ ਸਕਦੀ ਹੈ। ਪਰ ਸ਼ਰਤ ਇਹ ਹੈ ਕਿ ਬਾਬਾ ਨਾਨਕ ਦੀ ਗੱਲ ਮੰਨਣੀ ਪਏਗੀ, ਕਿਰਤ ਕਰਨੀ ਪਏਗੀ, ਨਾਮ ਜਪਣਾ ਪਏਗਾ, ਵੰਡ ਛਕਣਾ ਪਏਗਾ, ਤਾਂ ਜਾ ਕੇ ਇਹ ਗੱਲ ਸੰਭਵ ਹੋ ਸਕਦੀ ਹੈ ਕਿ ਸਾਰੇ ਜਾਣੇ ਸੁਖੀ ਰਹਿਣ, ਸਭ ਨੂੰ ਰੱਜ ਕੇ ਰੋਟੀ ਮਿਲੇ ਖਾਣ ਨੂੰ, ਸਭ ਨੂੰ ਮਾਣ ਮਿਲੇ, ਸਭ ਇੱਜ਼ਤ ਨਾਲ ਸਿਰ ਚੁੱਕ ਕੇ ਜਿਉਣ, ਕੋਈ ਨੀਵਾਂ ਨਾ ਹੋਵੇ, ਕੋਈ ਉੱਚਾ ਨਾ ਹੋਵੇ, ਸਭ ਬਰਾਬਰ ਹੋਣ। ਕਿਉਂ? ਕਿਉਂਕਿ ਬਾਬਾ ਨਾਨਕ ਇਹੀ ਕਹਿੰਦੇ ਨੇ ਨਾ ਕਿ ਏਕ ਨੂਰ ਤੇ ਸਭ ਜਗ ਉਪਜਿਆ। ਸੋ ਉਸ ਗੱਲ ਨੂੰ ਮੰਨਦੇ ਹੋਏ ਜੇ ਅਸੀਂ ਖੇਤੀ ਕਰੀਏ, ਇੰਡਸਟਰੀ ਨੂੰ ਚਲਾਈਏ, ਤਾਂ ਸਾਰਾ ਸਮਾਜ ਬਹੁਤ ਵਧੀਆ ਹੋ ਸਕਦਾ ਹੈ, ਕਿਉਂਕਿ ਇਸ ਤੋਂ ਵੱਡੀ ਕੋਈ ਇਕਨੋਮੀ ਨਹੀਂ, ਇਸ ਤੋਂ ਵੱਡਾ ਕੋਈ ਇਕਨੋਮਿਕ ਮਾਡਲ ਨਹੀਂ ਜੋ ਗੁਰੂ ਨਾਨਕ ਪਿਤਾ ਨੇ ਸਾਨੂੰ ਦਿੱਤਾ ਹੈ। ਸੋ ਇਹ ਗੱਲਾਂ ਨੇ ਸਾਡੇ ਬਜ਼ੁਰਗਾਂ ਦੀਆਂ ਜ਼ਿੰਦਗੀ ਦੇ ਵਿੱਚ ਸ਼ੁਰੂ ਤੋਂ ਰਹੀਆਂ ਨੇ, ਜੋ ਅਸੀਂ ਵਿਸਰ ਗਏ ਹਾਂ, ਅਸੀਂ ਭੁਲਾ ਬੈਠੇ ਹਾਂ। ਇਸ ਕਰਕੇ ਇਹ ਨਾ ਬਰਾਬਰੀ ਪੈਦਾ ਹੋ ਗਈ ਇੰਡਸਟਰੀ ਦੇ ਵਿੱਚ ਤੇ ਐਗਰੀਕਲਚਰ ਦੇ ਵਿੱਚ। ਇਸ ਕਰਕੇ ਜੋ ਐਗਰੀਕਲਚਰ ਹੈ, ਖੇਤੀਬਾੜੀ ਹੈ, ਉਹਦਾ ਹਾਲ ਮੰਦਾ ਹੋ ਗਿਆ ਤੇ ਇਹ ਨਾ ਬਰਾਬਰੀ ਇੰਨੀ ਵਧੀ ਕਿ ਪੂਰੇ ਸਮਾਜ ਵਿੱਚ ਫੈਲ ਗਈ। ਇਹ ਬਿਮਾਰੀ ਪੂਰੇ ਸਮਾਜ ਨੂੰ ਖਾਂਦੀ ਪਈ ਹੈ। ਇੱਕ ਇਨਸਾਨ ਦੂਜੇ ਇਨਸਾਨ ਦਾ ਦੁਸ਼ਮਣ ਹੋ ਗਿਆ ਹੈ ਇਸ ਨਾ ਬਰਾਬਰੀ ਕਰਕੇ। ਇੱਕ ਇਨਸਾਨ ਦੂਸਰੇ ਇਨਸਾਨ ਨੂੰ ਨਫ਼ਰਤ ਕਰਦਾ ਹੈ ਇਸ ਨਾ ਬਰਾਬਰੀ ਕਰਕੇ। ਇਸ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਕਿ ਅਸੀਂ ਖੇਤੀਬਾੜੀ ਨੂੰ ਕਿੰਨੀ ਕੁ ਤਰਜੀਹ ਦਿੰਦੇ ਹਾਂ। ਅਸੀਂ ਖੇਤੀਬਾੜੀ ਦੇ ਵੱਲ ਪਿੱਠ ਤਾਂ ਨਹੀਂ ਕਰਕੇ ਖੜੇ ਹੋ ਗਏ, ਅਸੀਂ ਇੰਡਸਟਰੀ ਨੂੰ ਖੇਤੀਬਾੜੀ ਦੀ ਕੀਮਤ ਦੇ ਉੱਤੇ ਤਾਂ ਨਹੀਂ ਡਿਵੈਲਪ ਕਰ ਰਹੇ, ਅਸੀਂ ਖੇਤੀਬਾੜੀ ਨੂੰ ਬਿਲਕੁਲ ਪਿੱਛੇ ਤਾਂ ਨਹੀਂ ਸੁੱਟ ਦਿੱਤਾ। ਇਹ ਤਾਂ ਕੋਈ ਕਿੱਤਾ ਹੀ ਨਹੀਂ ਹੈ, ਇਹ ਤਾਂ ਉਸ ਲੈਵਲ ਤੇ ਕੀਤਾ ਹੀ ਨਹੀਂ ਜਾ ਸਕਦਾ ਕਿ ਇਹ GDP ਨੂੰ, ਇਹ ਇਕਨੋਮੀ ਨੂੰ ਫਾਇਦਾ ਦੇ ਸਕੇ। ਗੱਲ ਹੈ ਇਸ ਨੂੰ ਸਮਝਣ ਦੀ, ਗਹਿਰਾਈ 'ਚ ਜਾਣ ਦੀ ਕਿ ਸਿਰਫ ਖੇਤੀਬਾੜੀ ਹੀ ਐਸੀ ਚੀਜ਼ ਹੈ ਜਿਹੜੀ ਇਕਨੋਮੀ ਨੂੰ ਕਦੀ ਡਿੱਗਣ ਨਹੀਂ ਦਿੰਦੀ,
ਇਕਨੋਮੀ ਨੂੰ ਕਦੀ ਡਾਊਨ ਨਹੀਂ ਹੋਣ ਦਿੰਦੀ, ਜੀਡੀਪੀ ਨੂੰ ਹਮੇਸ਼ਾ ਇਹ ਪੋਟੈਂਸ਼ੀਅਲ ਦਿੰਦੀ ਹੈ, ਅੱਗੇ ਵਧਾਉਂਦੀ ਹੈ। ਇਸ ਕਰਕੇ ਜਿੰਨੀ ਅਮੀਰ ਸਾਡੇ ਪੰਜਾਬ ਦੀ, ਸਾਡੇ ਭਾਰਤ ਦੀ, ਸਾਡੀ ਦੁਨੀਆ ਦੀ ਖੇਤੀਬਾੜੀ ਹੋਏਗੀ, ਓਨੇ ਅਮੀਰ ਅਸੀਂ ਸਾਰੇ ਹੋਵਾਂਗੇ, ਓਨਾ ਹੀ ਵਧੀਆ ਸਾਡਾ ਦੇਸ਼, ਸਾਡਾ ਸੰਸਾਰ ਹੋਏਗਾ। ਇਸ ਕਰਕੇ ਜ਼ਰੂਰਤ ਹੈ ਐਸੀ ਨੀਤੀ ਬਣਾਉਣ ਦੀ ਜਿਹਦੇ ਵਿੱਚ ਖੇਤੀਬਾੜੀ ਨੂੰ ਨੰਬਰ 1 ਤੇ ਰੱਖਿਆ ਜਾਵੇ ਤੇ ਖੇਤੀਬਾੜੀ ਦੀ ਖੂਬ ਤਰੱਕੀ ਹੋਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੁੱਦਾ ਪ੍ਰੋਗਰਾਮ ਦਾ ਹਿੱਸਾ ਬਣੇ। ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।